आगे चलते हैं बच्चे components of Microsoft Excel. What are the components of MS Excel? So we have a number of things which we just saw in the picture. First is cell. जिन्ने भी boxes हैगे हैं देखो जिन्ने boxes हैगे हैं ਇਹਦੇ ਵਿੱਚ ਬਣੇ ਹੋਏ spreadsheet ਦੇ ਉੱਤੇ by default देखो तीन spreadsheets ने तीन worksheets ने और ਜਿਹੜੀ पूरी फाइल है ये workbook है ਇਹਦਾ नाम book 1 है ਇਹਦੇ ਵਿੱਚ ਬਾਈ ਡਿਫਾਲਟ ਸ਼ੀਟ 1 ਸ਼ੀਟ 2 ਸ਼ੀਟ 3 ਤਿੰਨ ਸ਼ੀਟਸ ਪਈਆਂ ਨੇ ਠੀਕ ਹੈ। ਸੋ ਇਹ ਸਪਰੈਡ ਸ਼ੀਟ ਹੈਗੀ ਹੈ ਇਹਦੇ ਵਿੱਚ ਛੋਟੇ ਛੋਟੇ ਢੇਰ ਸਾਰੇ ਨਾ ਸੈਲਸ ਹੈ ਤੇ ਇਹਨਾਂ ਸੈਲਸ ਦੀ ਕਪੈਸਿਟੀ ਬਹੁਤ ਵੱਡੀ ਹੈਗੀ ਹੈ। ਸਿਰਫ ਦੇਖਣ ਨੂੰ ਲੱਗਦਾ ਕਿ ਛੋਟੇ ਜਿਹੇ ਸੈੱਲ ਹੈ। ਤੁਸੀਂ ਸੈੱਲ ਕੀ ਹੁੰਦਾ ਹੈ? ਇਟ ਇਜ਼ ਐਨ ਇੰਟਰਸੈਕਸ਼ਨ ਆਫ ਅ ਕਾਲਮ ਐਂਡ ਅ ਰੋ ਇਨ ਅ ਵਰਕਸ਼ੀਟ। ਸੈੱਲ ਇਜ਼ ਡਿਨੋਟਡ ਵਿਦ ਦ ਸੈੱਲ ਐਡਰੈਸ ਜਿਵੇਂ ਮੈਂ ਤੁਹਾਨੂੰ ਦੱਸਿਆ ਸੀਗਾ A5 ਜਿਹੜਾ ਐਡਰੈਸ ਹੈ ਉਹਦੇ ਵਿੱਚ A ਕਾਲਮ ਹੈ ਤੇ 5th ਰੋ ਦੇ ਵਿੱਚੋਂ ਪਿਆ ਹੈਗਾ ਤੇ ਅਸੀਂ ਡੇਟਾ ਐਂਟਰ ਕਰਦੇ ਹਾਂ ਸੈੱਲ ਦੇ ਅੰਦਰ ਤੇ ਵੱਧ ਤੋਂ ਵੱਧ ਡੇਟਾ ਕਿੰਨਾ ਐਂਟਰ ਹੋ ਸਕਦਾ ਹੈਗਾ ਦੇਖੋ ਕਿੰਨੇ ਕੈਰੈਕਟਰਸ ਹੈ 32767 ਠੀਕ ਹੈ। ਸੋ ਬਹੁਤ ਵੱਡਾ ਨੰਬਰ ਹੈਗਾ 32767 ਇੰਨੇ ਕੈਰੈਕਟਰਸ ਅਸੀਂ ਇੱਕ ਸੈੱਲ ਦੇ ਵਿੱਚ ਐਡ ਕਰ ਸਕਦੇ ਹਾਂ। ਉਸ ਤੋਂ ਬਾਅਦ ਆਇਆ ਗੱਲ ਐਕਟਿਵ ਸੈੱਲ ਦੀ। ਐਕਟਿਵ ਸੈੱਲ ਕੀ ਹੁੰਦਾ ਹੈ? ਜਦੋਂ ਅਸੀਂ ਕਿਸੇ ਸੈੱਲ ਨੂੰ ਕਲਿੱਕ ਕਰ ਦਿੰਦੇ ਹਾਂ ਉਹਦੇ ਆਲੇ ਦੁਆਲੇ ਥਿਕ ਬਲੈਕ ਬਾਰਡਰ ਆ ਜਾਂਦਾ ਹੈ ਬਾਕੀਆਂ ਤੋਂ ਅੱਡ ਕਰ ਦਿੰਦਾ ਉਸ ਨੂੰ ਉਸ ਸੈੱਲ ਨੂੰ ਐਕਟਿਵ ਸੈੱਲ ਕਹਿ ਦਿੰਦੇ ਆ ਠੀਕ ਹੈ। ਜਿਹੜਾ ਹਾਈਲਾਈਟਡ ਬਾਕਸ ਹੁੰਦਾ ਹੈ ਉਸ ਨੂੰ ਸੈੱਲ ਪੁਆਇੰਟਰ ਕਹਿ ਦਿੰਦੇ ਆ। ਦੇਖੋ ਇੱਥੇ ਆ ਵਾਲਾ ਯੈਲੋ ਯੈਲੋ ਨਹੀਂ ਹੈਗਾ A1 ਇਹ ਐਕਟਿਵ ਸੈੱਲ A1 ਹੈ। ਉਸ ਤੋਂ ਬਾਅਦ ਆ ਗਈ ਗੱਲ ਰੇਂਜ ਦੀ। Range की है group of continuous cells which form the shape of a rectangle. Rectangular shape ਦੇ group of cells ਜਿਹੜੇ ਇਕੱਠੇ ਹੋਣ ਉਸ ਨੂੰ range ਕਿਹਾ ਜਾਂਦਾ ਹੈ। ਇਸ ਇੱਕ ਸੈੱਲ ਵੀ ਹੋ ਸਕਦਾ ਹੈ ਤੇ ਪੂਰੀ ਸ਼ੀਟ ਵੀ ਭਰੀ ਜਾ ਸਕਦੀ ਹੈ ਉਸ range ਦੇ ਅੰਦਰ ਠੀਕ ਹੈ। ਹੁਣ range ਜਿਹੜੀ ਹੈ ਅਸੀਂ ਕੋਲਨ ਦੇ ਨਾਲ ਸੈਪਰੇਟ ਕਰਦੇ ਹਾਂ। ਟੌਪ ਲੈਫਟ ਕਾਰਨਰ ਦਾ ਸੈੱਲ ਦਾ ਨਾਮ ਕੋਲਨ ਟੌਪ bottom right corner ਦੇ ਸੈੱਲ ਦਾ ਨਾਮ। ਸੋ C1 to C10 ਇੱਕ ਲਾਈਨ ਦੇ ਵਿੱਚ ਹੀ ਕਾਲਮਸ ਜਿਹੜੇ ਹੈਗੇ ਨੇ ਪਹਿਲੇ ਤੋਂ 10ਵੇਂ ਨੰਬਰ ਤੱਕ ਕਾਲਮ ਸਿਲੈਕਟ ਹੋ ਰਹੇ ਨੇ ਔਰ ਜਿਵੇਂ ਆ ਪਿਛਲੀ ਪਿਕਚਰ ਸੀਗੀ ਇੱਥੇ ਦੇਖੋ ਇਹ ਇੱਕ ਰੋ ਦੇ ਵਿੱਚ 1 2 3 4 ਸੈਲਸ ਇੱਕ ਰੋ ਦੇ ਵਿੱਚ ਨੇ B8 to E8 ਇੱਕ ਰੋ ਦੇ ਵਿੱਚ ਰੇਂਜ ਸੀਗੀ ਔਰ C1 to C10 ਕਾਲਮ ਦੇ ਵਿੱਚ ਰੇਂਜ ਹੈ। ਇਸ ਤਰੀਕੇ ਨਾਲ ਅਸੀਂ ਰੇਂਜ ਰੈਕਟੈਂਗੂਲਰ ਸੈਲਸ ਦਾ ਗਰੁੱਪ ਹੁੰਦਾ ਹੈ। अगला कंपोनेंट है बच्चे नेम बॉक्स। नेम बॉक्स की है टॉप ਦੇ ਵਿੱਚ ਲਿਖਿਆ ਹੋਇਆ ਸੀਗਾ ਜਿਹੜਾ ਆਹ ਜਿਵੇਂ A1 ਸਿਲੈਕਟ ਕੀਤਾ ਹੋਇਆ ਤਾਂ ਉਹਦਾ ਐਡਰੈਸ ਇਹਦੇ ਉੱਤੇ ਆ ਜਾਏਗਾ ਜਿਹੜੀ ਵੀ ਲੋਕੇਸ਼ਨ ਹੈ ਪੁਆਇੰਟਰ ਦੀ ਸੈੱਲ ਪੁਆਇੰਟਰ ਦੀ ਉਹ ਨੇਮ ਬਾਕਸ ਦੇ ਵਿੱਚ ਆ ਜਾਂਦੀ ਹੈ। ਫਿਰ ਅਗਲਾ ਪੁਆਇੰਟ ਹੈਗਾ ਫਾਰਮੂਲਾ ਬਾਰ। ਫਾਰਮੂਲਾ ਬਾਰ ਆ ਰਾਈਟ ਸਾਈਡ ਤੇ ਹੁੰਦਾ ਹੈ ਨੇਮ ਬਾਕਸ ਤੇ ਇਹਦੇ ਵਿੱਚ ਅਸੀਂ ਜੋ ਵੀ ਡੇਟਾ ਜਾਂ ਫਾਰਮੂਲਾ ਅਸੀਂ ਐਂਟਰ ਕਰਦੇ ਆ ਕਿਸੇ ਐਕਟਿਵ ਸੈੱਲ 'ਚ ਉਹ ਡਿਸਪਲੇ ਹੋ ਜਾਂਦਾ ਹੈ। फिर कॉलम हेडिंग्स एंड रो हेडिंग्स ਅਸੀਂ ਦੇਖੀਆਂ। कॉलम हेडिंग्स A to Z ਹੁੰਦੀਆਂ ਨੇ ABCD ਸ਼ੁਰੂ ਹੁੰਦੀਆਂ ਨੇ ABCD ਮੁੱਕ ਗਈ ਉਸ ਤੋਂ ਬਾਅਦ AA AB AC ਕਰਕੇ AZ ਤੱਕ ਐ ਕਰਦੇ ਕਰਾਉਂਦੇ ਆ XFG that means 16,384 columns। XFD लास्ट सेल का नाम है लास्ट कॉलम का नाम है। तो इनने कॉलम्स 16,384 कॉलम्स ने एक स्प्रेडशीट के अंदर बाय डिफॉल्ट एक वर्कबुक च 3 स्प्रेडशीट्स होंदियां ने ते ਅਸੀਂ ਜਿੰਨੀਆਂ ਮਰਜ਼ੀ स्प्रेडशीट्स ਹੋਰ ऐड कर सकते हैं। तो ये काफी बड़ा फीचर है ਤਾਂ ਹੀ ਇਹਦਾ ਨਾਮ है स्प्रेडशीट मतलब बहुत ही ज्यादा बड़ा ਜਿਹੜਾ एरिया है फैलिया हुआ एरिया है। ਹੁਣ अगला टॉपिक है बच्चे कॉलम हेडिंग्स। कॉलम हेडिंग्स जिवें नंबर्स ਹੁੰਦੇ ਨੇ रोज ਦੇ ठीक है। रो हेडिंग्स कॉलम हेडिंग तो बाद सो रो हेडिंग ਦੇ ਵਿੱਚ ਆ ਦੇਖੋ 1 ਤੋਂ ਲੈ ਕੇ 1,48,576 ਇੰਨੇ रोज ਨੇ ਸੇ ਤਾਂ ਨੰਬਰਸ ਹੀ ਨੇ ਸਿੰਪਲ ਇਹ ਲੈਫਟ ਸਾਈਡ ਤੇ ਦਿਖਦੇ ਨੇ। ਫਿਰ ਥੱਲੜਾ ਲਾਸਟ ਹੈਗਾ ਦਿਖ ਰਿਹਾ ਥੱਲੇ ਸਾਨੂੰ ਸਟੇਟਸ ਬਾਰ। ਇਹ ਬਾਟਮ ਆਫ ਐਕਸਲ ਵਿੰਡੋ ਹੁੰਦਾ ਹੈ कि सानू इन्फॉर्मेशन दिंदा है कि करंट सिलेक्शन केड़ी कीती हुई है ते नेम की है करंट सिलेक्शन दा ते करंट एक्टिविटी केड़ी चल रही है ਉਹਦੇ ਵਿੱਚ ਤੇ वार्निंग मैसेजेस भी ये इत्थे सानू मिलते हैं। जिवें इत्थे दस्सिया है
ਵੀ ਰੈਡੀ, ਮਤਲਬ ਇਹ ਐਕਸਲ ਸਪਰੈਡਸ਼ੀਟ ਹੁਣ ਰੈਡੀ ਹੈ ਸਾਡੀ ਇੰਸਟਰਕਸ਼ਨਸ ਲੈਣ ਦੀ। ओके अगे चलते हैं हुण अगे आ गया मूविंग डेटा इन एक्सेल। हुण डेटा नूं असीं मूव करना है एक्सेल दे विच, वो किवें करांगे, या तो क्लिक क्लिक कर करके करी जाइए या फिर मूव करना है राइट, एक कॉलम राइट नूं तां राइट एरो दबा दो, एक कॉलम लैफ्ट नूं तां लैफ्ट कॉलम लैफ्ट एरो दबा दो, एक कॉलम ऊपर तां वन रो अप, एक रो ऊपर जाना है तां अप एरो दबा दो, वन रो डाउन एरो दबा दो, एक स्क्रीन ऊपर जाना है तो पेज अप बटन दबा दो, एक स्क्रीन थल्ले जाना है तो पेज डाउन दबा दो। अगर असी सैल कितने भी बैठे होइए किसी भी पोजीशन पे होइए, असी A1 फर्स्ट सैल पे पहुंचना है तो कंट्रोल प्लस होम बटन दबा के फर्स्ट सैल के टॉप लेफ्ट कॉर्नर वाले फर्स्ट सैल पे पहुंच सकते हैं। अगर असी कॉलम पे पहुंचना है, अगर असी जो लास्ट सैल है जो लास्ट सैल यूज किया हुआ है उत्थे पहुंचना है कि कंट्रोल प्लस एंड दबा के असी कर सकते हैं। अगला टॉपिक है राजे हाउ डू वी एंटर डेटा इन अ स्प्रेडशीट। असी एक्सेल स्प्रेडशीट के विच डेटा किवें एंटर करते हैं। आ देखो इत्थे राइट साइड पे साडे कोल स्प्रेडशीट है, वीकली एक्सपेंसेस आह एक बड़ा जा सैल हैगा, इहदे विच C1 तो लैके F1 तक आह 1 2 3 4 4 सैल जिहड़े हैं इस रो दे विच उन्हां नूं असी मर्ज कर दिता है। मर्ज किवें करते हैं, इन्हां नूं इत्थे सिलेक्ट कर लिया, ड्रैग कर लिया, चारां नूं इकट्ठा फड़ लिया, उस तो बाद मर्ज एंड सेंटर बटन दबाया, ठीक है, होम के अंदर अलाइनमेंट दे विच पिया है, सो इसनूं दबा के ये सारे एक सैल बन जाता है, ठीक है। फिर उस तो बाद असी इस दे विच कुछ लिख सकते हैं, इसका फॉन्ट भी बड़ा किया हुआ है, कैलिबरी 18 किया हुआ है, बाकी का घट है फॉन्ट, कलर भी चेंज किया है, ये सब चीज़ां असी कर सकते हैं। सो इत्थे आइटम्स लिखियां जिवें ईटेबल्स, कोल्ड ड्रिंक, मिल्क, ट्रांसपोर्ट, स्टेशनरी, गिफ्ट आर्टिकल्स, खर्चे देखने हैं मंडे, ट्यूसडे, वेडनसडे, थर्सडे, फ्राइडे, सैटरडे ते इन्हां दा टोटल, ठीक है। सो ये सारा इहदे विच कैलकुलेशंस करन दे लई है। सो उसनूं किवें असी करते हैं, हाउ डू वी एंटर डेटा इन अ वर्कशीट। पहला असी वर्कबुक खोलते हैं, बाय डिफॉल्ट शीट 1 खुल जाती है, एक्टिव शीट यही होंगी है शीट 1 साडी। उस तो बाद असी D1 या किसी भी सैल नूं क्लिक करते हैं, उत्ते वीकली एक्सपेंस लिखते हैं, तो मर्ज एंड सेंटर करके जिवें आ 3 4 कॉलम्स रोज नूं 3 4 कॉलम्स नूं मर्ज कीता, अलाइनमेंट दे विच ड्रैग एंड ड्रॉप करके माउस रखिया, माउस रख के इत्थे खिंच के इत्थे माउस छड्डता, उस तो बाद ये मर्ज एंड सेंटर कर दिता बटन। सो 4 सेल सिलेक्ट हो गए, फिर मर्ज एंड सेंटर किया तो ये इकट्ठा 1 सेल बन जाता है। फिर A2 सेल तक जाके आइटम्स टाइप करता, फिर डाउन एरो के बाद मंडे, ट्यूसडे सारा कुछ लिखी, राइट एरो के बाद इस तरीके नाल सारी एंट्री कर देती, ठीक है। सो इस तरीके नाल असीं डेटा एंटर कर सकते हैं वर्कशीट के विच। फिर उस तो बाद असी डेटा एंटर करने तो बाद असी कुछ कैलकुलेशन करना चाहते हैं। देखो जिवें इत्थे असी जस्ट अ मिनट, अपना डेटा हैगा, इत्थे असी कुछ कैलकुलेशन करनी है, वो किवें करांगे असी, इत्थे देखो इत्थे जिवें आ सैल्स ने एक हफ्ते का कितना खर्चा आया वो टोटल करना है, तो आप इस सारे इत्थे माउस क्लिक करांगे, ड्रैग करके इत्थे तक ले जाएंगे, उस तो बाद छड्ड देंगे, ठीक है। फिर इत्थे साडा फॉर्मूला ऑटोमैटिकली अपीयर हो जाता है। जे आप इनू क्लिक करके ड्रैग करके इत्थे छड्ड देंगे सैटरडे, उन्हें ऑटोमैटिकली इत्थे सिलेक्ट करके टोटल इत्थे कट देना है। दूसरा तरीका है जो टोटल वाला सेल है H3 पे असीं क्लिक करांगे, इज इक्वल टू पावांगे, फिर B3 C3 G3 E3 F3
G3 3 G3 ਇਹਨਾਂ ਦਾ प्लस प्लस करके ਇਹਨਾਂ ਦਾ टोटल लिख सकते हैं। ये एक तरीका है। ठीक है, एक और तरीका है ਅਸੀਂ इज इक्वल टू सम लिख के ब्रैकेट्स ਦੇ ਵਿੱਚ D3 कोलन G3 ਇਹ ਲਿਖ ਦਾਂਗੇ। ਸੋ ਆ ਦੋ ਤਿੰਨ ਤਰੀਕੇ ਨੇ ਜਿਹਦੇ ਨਾਲ ਅਸੀਂ ਟੋਟਲ ਇੱਥੇ ਕੈਲਕੂਲੇਟ ਕਰ ਸਕਦੇ ਹਾਂ। ਠੀਕ ਹੈ, ਕਿਉਂਕਿ ਪਾਵਰ ਜਿਹੜਾ एक्सेल है ਇਹਦੇ ਵਿੱਚ ਕਈ ਸਾਰੇ ਐਡੀਸ਼ਨ ਸਬਟ੍ਰੈਕਸ਼ਨ ਮਲਟੀਪਲੀਕੇਸ਼ਨ ਡਿਵੀਜ਼ਨ ਕਈ ਸਾਰੇ ਫਾਰਮੂਲੇ ਪਏ ਨੇ। ठीक है, सो फॉर्मूला ਨੂੰ ਅਸੀਂ ਯੂਜ਼ ਕਰਕੇ ਇਸ ਤੇ ਕੰਮ ਕਰ ਸਕਦੇ ਹਾਂ। ਇੱਕ ਤਰੀਕਾ ਦੇਖੋ ਇਕੁਅਲ ਟੂ H3 ਸੈੱਲ ਦੇ ਵਿੱਚ ਇਕੁਅਲ ਟੂ ਕਰਕੇ ਇਹ ਸਾਰਾ ਲਿਖ ਦਿੱਤਾ ਐਂਟਰ ਕਰ ਦਿੱਤਾ। ਦੂਜਾ ਤਰੀਕਾ ਹੈ ਇਕੁਅਲ ਟੂ ਸਮ ਐਂਡ ਆ ਦੇਖੋ ਸਮ ਇਕੁਅਲ ਟੂ ਸਮ B4 ਜਾਂ B3 ਸੀਗਾ ਪਰ ਆਪਣੇ ਆ ਲਾਈਨ ਦੇ ਵਿੱਚ B3 ਸੀਗਾ ਉਸ ਤੋਂ ਨੈਕਸਟ ਲਾਈਨ ਦੇ ਵਿੱਚ B4 ਕੋਲਨ G4 ਸੈਕਿੰਡ ਲਾਈਨ ਦੇ ਵਿੱਚ ਉਹ ਆ ਜਾਏਗਾ ਫਿਰ ਐਂਟਰ ਕਲਿੱਕ ਕਰ ਦਾਂਗੇ। ਸੋ ਆ ਸੈਕਿੰਡ ਤਰੀਕਾ ਹੋ ਗਿਆ फॉर्मूला कैलकुलेट करने का टोटल। ठीक है, तीसरा सीगा कि ਅਸੀਂ ਸਿੱਧਾ ਹੀ ਸੈਲਸ ਨੂੰ ਸਿਲੈਕਟ ਕਰੀਏ ਰਾਈਟ ਅਗਲਾ ਕਾਲਮ ਰਾਈਟ ਸਾਈਡ ਵਾਲਾ ਜਿਹੜਾ ਕਾਲਮ ਹੈ ਉੱਥੇ ਆਟੋਮੈਟਿਕਲੀ ਸਮ ਅਪੀਅਰ ਹੋ ਜਾਂਦਾ ਹੈ। ਸੇਮ ਵੇ ਅਸੀਂ ਐਵਰੇਜ ਕਰਨਾ ਹੋਵੇ ਉਹ ਵੀ ਅਸੀਂ ਕੱਢ ਸਕਦੇ ਹਾਂ। ਫਿਰ ਅਗਰ ਅਸੀਂ ਇੱਕ ਵਰਕਸ਼ੀਟ ਤੇ ਦੂਜੀ ਵਰਕਸ਼ੀਟ ਦੇ ਵਿੱਚ ਸਵਿਚ ਕਰਨਾ ਹੋਵੇ ਤਾਂ ਨੀਚੇ ਸ਼ੀਟ 1 ਕਲਿੱਕ ਕੀਤਾ ਸ਼ੀਟ 2 ਸ਼ੀਟ 3 एंड क्लिक करके ਅਸੀਂ इधर उधर मूव कर सकते हैं। फिर अगर किसी शीट का नाम बदलना है ऐसे कोई नाम और लिखना चाहते हैं डबल क्लिक करके रीनेम कर सकते हैं या फिर इस शीट के ऊपर राइट क्लिक करके नाम ਉਹਦਾ बदल सकते हैं। फिर अगर अपने ਕੋਲੇ 3 शीट ਤਾਂ ਹੁੰਦੀ ਹੈ डिफॉल्ट अगर ਹੋਰ शीट ਵਧਾਉਣੀ ਹੈ ਤਾਂ ਆ ਬਟਨ पे ਇੱਥੇ ਅਸੀਂ ਕਲਿੱਕ ਕਰਾਂਗੇ ਇੱਕ शीट ਹੋਰ ਐਡ ਹੋ ਜਾਏਗੀ। एक और तरीका है मेन्यू ਦੇ ਵਿੱਚ इंसर्ट मेन्यू पे जाके वर्कशीट क्लिक करके एक शीट इंसर्ट हो सकती है। ठीक है, फिर इसमें रिमूव शीट अगर ਅਸੀਂ शीट रिमूव करनी है ਤੇ ਹੋਰ लेके जानी है शीट रिमूव करनी है ਉਹਦੇ ਲਈ ਅਸੀਂ ਕੀ ਕਰਦੇ ਹਾਂ ਕਿ ਅਸੀਂ राइट क्लिक करके ਇੱਥੇ डिलीट बटन दबाएंगे राइट क्लिक करेंगे फिर ਉੱਥੇ डिलीट ऑप्शन आ जाएगा उसको डिलीट करके ਅਸੀਂ शीट ਨੂੰ डिलीट कर सकते हैं। अगर कुछ सेल्स सिलेक्ट करके डिलीट करने ने तो उनने एक सेल सिलेक्ट कर लो फिर डिलीट बटन दब दो डिलीट ऑप्शन डिलीट कर सकते हैं। ठीक है, तो इस तरीके ਨਾਲ ਅਸੀਂ कुछ सेल्स या पूरी वर्कशीट भी डिलीट कर सकते हैं। फिर फाइनली लास्ट स्टेप ਹੁੰਦਾ है फाइल ਕੰਮ खत्म ਕਰਨ ਤੋਂ ਬਾਅਦ ਉਸਨੂੰ सेव करना। तो सेव ਕਰਨ ਦਾ ਕੀ ਤਰੀਕਾ ਹੈ ਆਪਣੇ ਕੋਲ देखो ऊपर फाइल मेन्यू ਉਹਦੇ ਵਿੱਚ सेव ऑप्शन है ਉਹਦੇ ਵਿੱਚ सेव एज डायलॉग बॉक्स अपीयर ਹੁੰਦਾ है ਆ ਵਾਲਾ तो ਇਹਦਾ ਨਾਮ ਲਿਖਿਆ ਹੈ सेव एज डायलॉग बॉक्स ਇਹ अपीयर हो गया। ਇਹਦੇ ਵਿੱਚ ਇੱਥੇ ਅਸੀਂ ਜੋ ਨਾਮ ਦਵਾਂਗੇ ਉਹ ਨਾਮ ਨਾਲ ਉਹ ਫਾਈਲ सेव हो जाएगी। ठीक है, टाइप अगर उसकी बदलनी है ਅਸੀਂ टाइप भी बदल सकते हैं। लोकेशन बदलनी है माई कंप्यूटर ਦੇ ਵਿੱਚ ਦੇਖੋ जी ਦੇ ਵਿੱਚ एक फोल्डर है ਉਹਦੇ ਵਿੱਚ ਫਾਈਲ ਪਈ ਹੈ ਅਸੀਂ ਕੋਈ ਹੋਰ ਲੋਕੇਸ਼ਨ ਇੱਥੋਂ ਸਿਲੈਕਟ ਕਰਕੇ ਨਿਊ ਫੋਲਡਰ ਕਰਕੇ ਨਵਾਂ ਫੋਲਡਰ ਬਣਾ ਕੇ ਉਹਦੇ ਵਿੱਚ ਵੀ ਅਸੀਂ ਇਸ ਨੂੰ ਸੇਵ ਕਰ ਸਕਦੇ ਹਾਂ ਸੇਵ ਬਟਨ ਦਬਾਉਣ ਤੋਂ ਬਾਅਦ। ਸੋ ਜਿਹੜੀ ਸਾਡੀ ਐਕਸਲ ਸ਼ੀਟਸ ਹੈ ਉਹਦੀ ਐਕਸਟੈਂਸ਼ਨ .xlsx ਇਹ ਹੁੰਦੀ ਹੈ .xls ਜਾਂ .xlsx ਇਹ ਫਾਈਲ ਐਕਸਟੈਂਸ਼ਨ ਹੁੰਦੀ ਹੈ ਸਾਡੀ एक्सेल फाइल की फाइल का नाम है ना ये पिछे एक्सटेंशन आपे लग जाती होंगी है ताकि पता लग जाए सानू कि किस टाइप की वो फाइल है। जिवें वर्ड फाइल सीगियां डॉक्यूमेंट्स उन्हां दी एक्सटेंशन होंदी है .docx। ठीक है, डॉक फाइल होंदी है .doc ते उमें ही इत्थे .xls ते हुण .xlsx फाइल होंदी है। ये फॉर्म एक्सटेंशन हुंदा है फाइल दे नाम दा। फिर कुछ टिप्स ਤੁਹਾਡੇ ਵਾਸਤੇ ਤੁਸੀਂ ਫਾਈਲ ਨੂੰ ਸੇਵ ਕਰ ਸਕਦੇ ਹੋ ਕੰਟਰੋਲ ਐਸ ਕੰਬੀਨੇਸ਼ਨ ਦੇ ਨਾਲ ਤੁਸੀਂ ਫਾਈਲ ਸੇਵ ਕਰਕੇ ਰੱਖ ਲਈ ਇੱਕ ਵਾਰੀ ਉਸ ਤੋਂ ਬਾਅਦ ਫਿਰ ਕੁਝ ਚੇਂਜਸ ਕੀਤੀਆਂ ਫਿਰ ਉਸ ਨੂੰ ਸੇਵ ਕਰਨ ਦੇ ਲਈ ਕੰਟਰੋਲ ਐਸ ਦਬਾਓ ਆਟੋਮੈਟਿਕਲੀ ਉਹ ਚੇਂਜਸ ਉਸੇ ਫਾਈਲ ਦੇ ਵਿੱਚ ਜਿੱਥੇ ਤੁਸੀਂ ਫਾਈਲ ਸੇਵ ਕੀਤੀ ਸੀ ਉੱਥੇ ਚੇਂਜਸ ਸੇਵ ਹੋ ਜਾਂਦੀਆਂ ਨੇ। You can also select save button on the quick access toolbar। ਸੇਵ ਕਰਨ ਦੇ ਲਈ क्विक एक्सेस टूलबार ਦੇ ਵਿੱਚ ਵੀ ਸੇਵ ਬਟਨ ਹੁੰਦਾ ਹੈ ਉਹਨੂੰ ਵੀ ਕਲਿੱਕ ਕਰ ਸਕਦੇ ਹੋ।
Another thing, F12 key in Microsoft Excel 2010 displays the Save As dialog box. So, file save या file save as click ਕਰਨ ਦੀ ਜਗ੍ਹਾ ਦੇ ਉੱਤੇ Excel 2010 ਦੇ ਵਿੱਚ F12 function key ਨੂੰ ਦੱਬ ਕੇ ਵੀ ਅਸੀਂ Save As dialog box ਖੋਲ ਸਕਦੇ ਹਾਂ. So that's all for today. I hope you enjoyed this session, and don't forget to register and subscribe the YouTube channel of the college. And today I have specially told you कि मैं description ਦੇ ਵਿੱਚ Steve Jobs ਦੀ motivational speech का link भेजांगी. So ਤੁਸੀਂ उस 10 minutes ਦੀ motivational speech of Steve Jobs ਨੂੰ ਜ਼ਰੂਰ ਸੁਣਨਾ ਹੈ and ਉਸਨੂੰ ਆਪਣੀ ਲਾਈਫ ਦੇ ਵਿੱਚ ਵੀ ਅਜ਼ਮਾਨਾ ਹੈ, ਯਾਦ ਰੱਖਣਾ ਹੈ. ਜਿਹੜੇ ਗ੍ਰੇਟ ਪਰਸਨੈਲਿਟੀਜ਼ ਨੇ ਉਹਨਾਂ ਨੂੰ ਇਸ ਵਰਕਸ਼ਾਪ ਦੇ ਅੰਦਰ ਇਨਕਲੂਡ ਕਰਨ ਦਾ ਮੇਰਾ ਮਕਸਦ ਇਹੀ ਹੈ ਕਿ ਇੱਕ ਤਾਂ ਤੁਹਾਨੂੰ ਆਈਟੀ ਫੀਲਡ ਦੇ ਵਿੱਚ ਜਿਹੜੇ ਮਹਾਨ ਸ਼ਖਸੀਅਤਾਂ ਨੇ ਜਿਨ੍ਹਾਂ ਨੇ ਕੁਝ ਗ੍ਰੇਟ ਕੰਮ ਆਪਣੀ ਆਈਟੀ ਵਰਲਡ ਨੂੰ ਦਿੱਤੇ ਨੇ, ਗ੍ਰੇਟ ਉਹਨਾਂ ਨੇ ਦੇਣ ਦਿੱਤੀ ਹੈ, ਜਿਹਨਾਂ ਦਾ ਦੇਣਾ ਆਈਟੀ वर्ल्ड करके साडी दुनिया नहीं दे सकती, उन्होंने याद कर लीए, स्मरण कर लीए एक बारी एंड तुसी उन्हां तो जानू हो जाओ. So that was the aim for which I include all these great personalities in my slides. So hoping for a happy day and happy learning ahead. I wish you all goodbye.